हाँ जी दोस्तों, सत श्री अकाल जी। मैं रमनदीप ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਾਰਿਆਂ ਦਾ ਸਵਾਗਤ ਕਰਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਸਾਰਿਆਂ ਦਾ ਹੀ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਲਾਸ 6th ਦਾ ਪੰਜਾਬ ਬੋਰਡ ਦੀ ਜਿਹੜੀ ਹੈ ਉਸ ਦਾ 9th ਨੰਬਰ ਚੈਪਟਰ ਹੈਗਾ ਸੋਸ਼ਲ ਸਟੱਡੀ ਦਾ ਅਰਲੀ ਮੈਨ ਦਾ ਸਟੋਨ ਏਜ ਬਾਰੇ ਡਿਸਕਸ ਕਰਾਂਗੇ। ਸੋ ਅਸੀਂ ਇੱਕ ਸੀਰੀਜ਼ ਜਿਹੜੀ ਸ਼ੁਰੂ ਕੀਤੀ ਹੈ ਪੰਜਾਬ ਬੋਰਡ ਦੀ, ਜਿਹਦੇ ਵਿੱਚ SST ਦੇ ਸਾਰੇ ਜਿਹੜੇ ਚੈਪਟਰ ਨੇ 6th ਕਲਾਸ ਤੋਂ ਲੈ ਕੇ +2 ਤੱਕ ਦੇ ਜਿਹੜੇ ਅਸੀਂ ਉਹ ਸਾਰੇ ਡਿਸਕਸ ਕਰਾਂਗੇ ਔਰ ਚੈਪਟਰ ਵਾਈਜ਼ ਅਸੀਂ ਜਿਹੜੇ ਡੇਲੀ ਅਪਲੋਡ ਉਹ ਕਰਦੇ ਰਹਾਂਗੇ ਤਾਂ ਜੋ ਜਿਹੜੀ ਤੁਸੀਂ ਮਾਸਟਰ ਕੈਡਰ ਦੀ ਜਿਹੜੀ ਉਹ ਚੰਗੇ ਤਰੀਕੇ ਨਾਲ ਜਿਹੜੀ ਪ੍ਰੀਪਰੇਸ਼ਨ ਉਹ ਘਰ ਬੈਠੇ ਹੀ ਕਰ ਸਕੋ। ਸੋ ਰੋਜ਼ ਦੀ ਤਰ੍ਹਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਚੈਨਲ 'ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇਗੀ। ਸੋ ਇਸ ਵੀਡੀਓ ਦੇ ਵਿੱਚ ਅਸੀਂ ਜਿਹੜਾ ਆਦਮ ਮਨੁੱਖ ਸੀਗਾ ਔਰ ਉਸ ਸਮੇਂ ਦੇ ਵਿੱਚ ਪੱਥਰ ਯੁੱਗ ਜੋ ਕਿਹਾ ਜਾਂਦਾ ਸੀ ਉਸ ਬਾਰੇ ਡਿਸਕਸ ਕਰਾਂਗੇ। ਕਿਸ ਤਰੀਕੇ ਦੇ ਨਾਲ ਆਦਮ ਮਨੁੱਖ ਦੀ ਜਿਹੜੀ ਡਿਵੈਲਪਮੈਂਟ ਹੋਈ ਹੈ ਉਸ ਨੂੰ ਅਸੀਂ ਡਿਸਕਸ ਕਰਾਂਗੇ। ਸੋ ਫਸਟ ਹੈ ਨਾ ਓਲਡ ਸਟੋਨ ਏਜ, ਜਿਹਨੂੰ ਪੁਰਾਤਨ ਪੱਥਰ ਯੁੱਗ ਕਿਹਾ ਜਾਂਦਾ ਔਰ ਅੰਦਾਜ਼ਨ ਜਿਹੜੇ ਇਸ ਦੀ ਗੱਲ ਕਰੀਏ ਲਗਭਗ 3,50,000 ਸਾਲ ਤੋਂ ਲੈ ਕੇ 11,000 ਸਾਲ ਤੱਕ ਦਾ ਜਿਹੜਾ ਸਮਾਂ ਗਾ, ਜਿਹੜਾ ਉਸ ਤੋਂ ਪਹਿਲਾਂ ਦਾ ਸਮਾਂ ਗਾ, ਉਸ ਸਮੇਂ ਨੂੰ ਅਸੀਂ ਓਲਡ ਸਟੋਨ ਏਜ ਦੇ ਨਾਮ ਨਾਲ ਜਾਣਦੇ ਹਾਂ, ਯਾਨੀ ਕਿ ਪੁਰਾਤਨ ਪੱਥਰ ਯੁੱਗ ਦੇ ਨਾਮ ਨਾਲ। ਪੁਰਾਤਨ ਪੱਥਰ ਯੁੱਗ ਦੀ ਜੇਕਰ ਅਸੀਂ ਗੱਲ ਕਰੀਏ, ਜੇਕਰ ਸਾਡੇ ਇਤਿਹਾਸ ਦੀ ਗੱਲ ਕਰੀਏ ਤਾਂ ਉਸਨੂੰ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈਗਾ ਗਾ। ਇੱਕ ਹੈ ਇਹ ਜਿਹੜਾ ਪਾਰਟ ਹੈ ਇਤਿਹਾਸ ਨੂੰ ਬਣਨ ਦਾ, ਇਹ ਮਨੁੱਖ ਦੀ ਡਿਵੈਲਪਮੈਂਟ ਨੂੰ ਲੈ ਕੇ ਹੈਗਾ, ਜਿਵੇਂ ਕਿ ਫਸਟ ਆ ਜਾਂਦਾ ਗਾ ਪੁਰਾਤਨ ਪੱਥਰ ਯੁੱਗ, ਦੂਸਰਾ ਮੱਧ ਪੱਥਰ ਯੁੱਗ, ਤੀਸਰਾ ਨਵ ਪੱਥਰ ਯੁੱਗ ਹੈ ਜਿਹੜਾ ਹੈਗਾ ਗਾ ਕਿਹਾ ਜਾਂਦਾ ਹੈ। ਇਹ 3 ਪਾਰਟਸ ਦੇ ਵਿੱਚ ਜਿਹੜਾ ਡਿਵਾਈਡ ਕੀਤਾ ਹੋਇਆ ਹੈਗਾ। ਸੋ ਸ਼ੁਰੂਆਤ ਕਰਦੇ ਹਾਂ ਓਲਡ ਸਟੋਨ ਏਜ ਤੋਂ ਕਿ ਕਿਸ ਤਰੀਕੇ ਦੇ ਨਾਲ ਡਿਵੈਲਪ ਹੋਈ ਹੈ। ਦਾ ਫਸਟ ਸਾਈਨ ਆਫ ਲਾਈਫ ਔਨ ਦਾ ਅਰਥ ਆਰ ਪ੍ਰੋਬੇਬਲੀ ਮਾਈਕਰੋ ਇਕੁਏਟਸ ਕ੍ਰੀਏਟਰਸ that developed to the animal life comprising gigantic animals like dinosaurs. The man came on the earth very late, about 4 million years ago. At the time, the man was not much different from the other animals as far as his living habits were concerned. It took him thousands of years to learn about the basic requirement of life. The early man survived on whatever he could get through nature. He ate fruit and berries that grew wild, caught fish and hunted animals. Since he did not know about fire, he ate raw meat in order to protect himself from wild animals. He moved in groups and at night he took shelter on trees or in cave and rock shelters. The life of early human being was like the life of animals. He wandered here and there in search of food. ਸੋ ਜੇ ਅਸੀਂ ਅਰਲੀ ਹਿਊਮਨ ਦੀ ਗੱਲ ਕਰੀਏ ਤਾਂ ਸ਼ੁਰੂਆਤ ਤੋਂ ਜਿਹੜਾ ਇੱਕ ਲੱਛਣ ਧਰਤੀ ਦੇ ਉੱਪਰ ਦੇਖਣ ਨੂੰ ਮਿਲਿਆ ਹੈ ਜਿਸ ਨੂੰ ਕਿ ਮਾਈਕਰੋ ਇਕੁਏਟਰ ਕਿਹਾ ਜਾਂਦਾ ਹੈਗਾ, ਯਾਨੀ ਕਿ ਸੂਖਮ ਜੀਵ ਕਿਹਾ ਜਾਂਦਾ ਹੈਗਾ। ਉਸ ਤੋਂ ਕੀ ਹੈਗਾ ਸਾਡੀ ਧਰਤੀ ਦੇ ਉੱਪਰ ਜਿਹੜੇ ਜੀਵਾਂ ਦੀ ਸ਼ੁਰੂਆਤ ਮੰਨੀ ਜਾਂਦੀ ਹੈਗੀ ਕਿ ਮਾਈਕਰੋ ਇਕੁਏਟਿਕ ਸੂਖਮ ਜੀਵ, ਜਿਨ੍ਹਾਂ ਨੇ ਹੌਲੀ ਹੌਲੀ ਕੀ ਆ ਵਿਕਾਸ ਕੀਤਾ ਹੈ ਅਤੇ ਵੱਡੇ ਸਰੀਰ ਵਾਲੇ ਜਿਹੜੇ ਜਾਨਵਰਾਂ ਦਾ ਰੂਪ ਉਹਨਾਂ ਨੇ ਬਾਅਦ ਦੇ ਵਿੱਚ ਧਾਰਨ ਕੀਤਾ ਹੈਗਾ। ਐਗਜ਼ਾਮਪਲ ਦੇ ਤੌਰ 'ਤੇ ਕਿ ਡਾਇਨਾਸੋਰਸ ਸੀਗੇ ਜਿਹੜੇ ਉਹ ਸੂਖਮ ਜੀਵਾਂ ਤੋਂ ਹੀ ਬਣੇ ਸੀਗੇ, ਕਿਉਂਕਿ ਉਹਨਾਂ ਦਾ ਜਿਹੜਾ ਨਿਰਮਾਣ ਉਹ ਜੇਕਰ ਪਿਛੋਕੜ ਚੱਲਾਂਗੇ ਤਾਂ ਅਸੀਂ ਮਾਈਕਰੋ ਇਕੁਏਟਰ ਤੋਂ ਹੀ ਚੱਲਿਆ ਹੈਗਾ, ਸੂਖਮ ਜੀਵਾਂ ਤੋਂ ਹੀ ਚੱਲਿਆ ਸੀਗਾ ਔਰ ਹੌਲੀ ਹੌਲੀ ਇਹ ਜਿਹੜੀ ਡਿਵੈਲਪ ਹੁੰਦੀ ਰਹੀ ਹੈ, ਜਿਹਦੇ ਕਰਕੇ ਕੀ ਹੈ ਡਾਇਨਾਸੋਰ ਵਰਗੇ ਜਿਹੜੇ ਵੱਡੇ ਜਾਨਵਰ ਬਣੇ ਸੀ। ਧਰਤੀ 'ਤੇ ਜਿਹੜੀ ਮਨੁੱਖ ਦੀ ਹੋਂਦ ਗੱਲ ਕਰੀਏ ਤਾਂ ਲਗਭਗ ਜਿਹੜੇ 4 ਮਿਲੀਅਨ ਜਾਂ 40 ਲੱਖ ਸਾਲ ਪਹਿਲਾਂ ਦੀ ਗੱਲ ਕਰਦੇ ਹੈਗੇ, ਉਦੋਂ ਤੋਂ ਜਿਹੜਾ ਮਨੁੱਖ ਜਿਹੜਾ ਪਹਿਲਾਂ ਧਰਤੀ ਦੇ ਉੱਪਰ ਆਇਆ ਸੀਗਾ, ਜਿਸ ਦੀ ਸ਼ੁਰੂਆਤ ਹੋਈ ਸੀ ਮਨੁੱਖ ਦੀ। ਔਰ ਉਸਦੇ ਜਿਹੜੇ ਸ਼ੁਰੂਆਤ ਦੇ ਵਿੱਚ ਜਿਹੜਾ ਸਮੇਂ ਦੇ ਵਿੱਚ ਰਹਿਣ ਸਹਿਣ ਜਿਹੜਾ ਤਰੀਕਾ ਸੀ ਉਹ ਇੱਕ ਤਰੀਕੇ ਨਾਲ ਐਨੀਮਲ ਦੇ ਤਰ੍ਹਾਂ ਦਾ ਹੀ ਸੀਗਾ। ਉਸਨੂੰ ਜਿਹੜੇ ਜੀਵਨ ਦੀਆਂ ਜ਼ਰੂਰਤਾਂ ਦੇ ਲਈ
ਸਮਝਣ ਦੇ ਵਿੱਚ ਤਕਰੀਬਨ ਹਜ਼ਾਰਾਂ ਸਾਲ ਲੱਖਾਂ ਸਾਲ ਉਹਨੂੰ ਲੱਗ ਗਏ ਸੀਗੇ ਕਿ ਕਿਸ ਤਰੀਕੇ ਨਾਲ ਉਹਨੇ ਕਿਵੇਂ ਯੂਜ਼ ਕਰਨਾ ਹੈਗਾ ਗਾ। ਉਸ ਦਾ ਵੀ ਉਹਨਾਂ ਨੂੰ ਬਹੁਤ ਲੇਟ ਪਤਾ ਲੱਗਿਆ ਸੀ। ਔਰ ਭੋਜਨ ਦੀ ਤਲਾਸ਼ ਦੇ ਵਿੱਚ ਅਲੱਗ-ਅਲੱਗ ਜਗ੍ਹਾਵਾਂ ਦੇ ਉੱਪਰ ਘੁੰਮਦਾ ਰਹਿੰਦਾ ਸੀਗਾ। ਔਰ ਕੁਦਰਤੀ ਜਿਹੜੀਆਂ ਚੀਜ਼ਾਂ ਸੀਗੀਆਂ, ਕੁਦਰਤੀ ਜੋ ਨੈਚੁਰਲ ਜਿਹੜੀ ਚੀਜ਼ ਸੀਗੀ ਉਹਨਾਂ ਦੇ ਉੱਪਰ ਹੀ ਡਿਪੈਂਡ ਕਰਦਾ ਸੀਗਾ। ਉਸਨੂੰ ਨਹੀਂ ਪਤਾ ਸੀ ਕਿਸ ਤਰੀਕੇ ਨਾਲ ਅਸੀਂ ਕਿਹੜੀ ਚੀਜ਼ ਨੂੰ ਯੂਜ਼ ਕਰ ਸਕਦੇ ਹਾਂ। ਉਹ ਜ਼ਿਆਦਾਤਰ ਕੀ ਸੀਗਾ, ਫਰੂਟਸ ਖਾਂਦਾ ਸੀਗਾ, ਠੀਕ ਹੈ, ਬੈਰੀਜ਼ ਖਾਂਦਾ ਸੀਗਾ, ਜਿਸ ਤਰ੍ਹਾਂ ਕਿ ਮੱਛੀਆਂ ਹੋ ਗਈਆਂ, ਮੱਛੀਆਂ ਫੜਦਾ ਸੀਗਾ, ਉਹ 'ਤੇ ਸ਼ਿਕਾਰ ਕਰਦਾ ਸੀਗਾ ਅਤੇ ਕੰਦ ਮੂਲ ਜਿਹੜੇ ਹੁੰਦੇ ਹੈਗੇ ਉਹਨਾਂ ਨੂੰ ਖਾਂਦਾ ਸੀਗਾ। ਔਰ ਉਹਨਾਂ ਨੂੰ ਖਾ ਕੇ ਉਹ ਆਪਣਾ ਟਾਈਮ ਪਾਸ ਕਰਦਾ ਸੀਗਾ ਲਾਈਕ ਜਾਨਵਰਾਂ ਦੀ ਤਰ੍ਹਾਂ ਹੀ। ਉਹ ਆਪਣੇ ਆਪ ਨੂੰ ਜੰਗਲੀ ਜਾਨਵਰ ਤੋਂ ਜਿਹੜਾ ਸੁਰੱਖਿਅਤ ਰੱਖਣ ਦੇ ਲਈ ਕਿ ਇੱਕ ਝੁੰਡ ਦੇ ਵਿੱਚ ਬਣਾ ਕੇ ਜਿਹੜਾ ਚੱਲਣ ਦੀ ਫਿਤਰਤ ਦੇ ਵਿੱਚ ਸੀਗਾ, ਯਾਨੀ ਕਿ ਹਮੇਸ਼ਾ ਝੁੰਡ ਦੇ ਵਿੱਚ ਹੀ ਰਹਿੰਦਾ ਸੀਗਾ। ਔਰ ਸਰੀਰ ਨੂੰ ਉਹ ਕੀ ਹੈਗਾ, ਅਲੱਗ-ਅਲੱਗ ਕੰਡੀਸ਼ਨਸ ਜਿਵੇਂ ਕਿ ਗਰਮੀ ਸਰਦੀ ਤੋਂ ਬਚਾਉਣ ਦੇ ਲਈ ਕੀ ਹੈਗਾ, ਮਾਸ ਦਾ ਜਾਂ ਫਿਰ ਜੰਗਲ ਦੇ ਵਿੱਚ ਜੋ ਜਾਨਵਰ ਸੀ ਉਹਨਾਂ ਦੀਆਂ ਖੱਲਾਂ ਜਾਂ ਦਰਖਤਾਂ ਦੇ ਪੱਤੇ ਹੋ ਗਏ ਜਾਂ ਛਿਲਕਿਆਂ ਨਾਲ ਉਹ ਆਪਣੇ ਆਪ ਨੂੰ ਸਰੀਰ ਤੋਂ ਕੀ ਅਸੀਂ ਢੱਕ ਕੇ ਰੱਖਦਾ ਸੀ, ਜਿਹਦੇ ਨਾਲ ਕਿ ਉਹ ਸਰਦੀਆਂ ਦੇ ਮੌਸਮ ਦੇ ਵਿੱਚ ਕੀ ਹੈ ਬਚ ਜਾਂਦਾ ਸੀਗਾ। The only cloth, fur or unstitched pieces of animal skins, leaf or bark of trees that saved him from extreme cold and heat. So ये discuss कर लेता है point. Otherwise he went about naked. He used stone and branches of trees to kill animals. He called the man of this age is hunter gathering. He made weapon and another other implements of stone for his use. They consisted of crude axes, clavers, sappers, coppers, scrapers, etc., and were used for hunting. Sometimes these tools were made of bone or wood also. This period of man's story is known as Old Stone Age. The Old Stone Age called Paleolithic period. Paleolithic is made of two Greek words. Paleo means old and lithic means stone. That means old stone. ਸੋ ਪੁਰਾਤਨ ਜਿਹੜਾ ਮਨੁੱਖ ਸੀਗਾ ਉਹ ਸ਼ਿਕਾਰ ਕਰਦਾ ਰਿਹਾ ਸੀਗਾ ਜੰਗਲਾਂ ਦੇ ਵਿੱਚ। ਆਮ ਹੀ ਅਸੀਂ ਕਹਿ ਸਕਦੇ ਹਾਂ ਕਿ ਉਹ ਨੰਗਾ ਹੀ ਘੁੰਮਦਾ ਫਿਰਦਾ ਸੀ, ਕਿਉਂਕਿ ਕੋਈ ਉਹਨਾਂ ਕੋਲ ਡਰੈਸ ਨਹੀਂ ਹੁੰਦੀ ਸੀ, ਕੋਈ ਸਟਿਚ ਉਹਨਾਂ ਕੋਲ ਸਿਸਟਮ ਨਹੀਂ ਹੁੰਦਾ ਸੀਗਾ। ਔਰ ਇਸ ਯੁੱਗ ਦੇ ਜਿਹੜੇ ਉਹ ਸ਼ਿਕਾਰੀ ਹੁੰਦੇ ਸੀਗੇ ਅਤੇ ਖਾਦ ਸੰਗ੍ਰਹਿ ਦੇ ਨਾਮ ਨਾਲ ਜਿਹੜੇ ਉਸ ਸਮੇਂ ਦੇ ਵਿੱਚ ਮਨੁੱਖ ਨੂੰ ਜਾਣਿਆ ਜਾਂਦਾ ਸੀਗਾ। ਉਹ ਉਹਨਾਂ ਦੀ ਉਹ ਆਪਣੀ ਵਰਤੋਂ ਲਈ ਪੱਥਰਾਂ ਦੇ ਔਜ਼ਾਰ ਅਤੇ ਹਥਿਆਰਾਂ ਦਾ ਜਿਹੜਾ ਇਸਤੇਮਾਲ ਕਰਦਾ ਸੀ, ਉਹਨੂੰ ਬਣਾਉਂਦਾ ਸੀ ਨਵੀਂ ਤਕਨੀਕ ਦੇ ਨਾਲ। ਉਹਨਾਂ ਦੇ ਵਿੱਚ ਉਹਨਾਂ ਕੋਲ ਤਕਰੀਬਨ ਕਲੈਬਰ, ਸਪਿਰਿਟਸ, ਚੋਪਰਸ ਐਂਡ ਸਕ੍ਰਿਪਸ, ਯਾਨੀ ਕਿ ਕੁਹਾੜੀਆਂ, ਬਸਲੇ, ਭਾਲੇ, ਗੜਾਸੇ ਆਦਿ ਉਹਨਾਂ ਕੋਲ ਹੁੰਦਾ ਸੀ, ਜਿਹਦੇ ਨਾਲ ਕਿ ਉਹ ਸ਼ਿਕਾਰ ਜਿਹੜਾ ਕਰਦਾ ਰਹਿੰਦਾ ਸੀਗਾ। ਕਦੇ ਕੀ ਕਰਦਾ ਸੀਗਾ ਕਿ ਉਹ ਜਿਹੜੇ ਟੂਲਸ ਨੇਗੇ ਉਹ ਕਿਸ ਤੋਂ ਬਣਾਉਂਦਾ ਸੀਗਾ, ਬੋਨਸ ਤੋਂ ਅਤੇ ਵੁਡਸ ਤੋਂ, ਯਾਨੀ ਕਿ ਲੱਕੜੀ ਅਤੇ ਜਿਹੜੀਆਂ ਹੱਡੀਆਂ ਸੀ ਉਹਨਾਂ ਦੋਨਾਂ ਤੋਂ ਹੀ ਉਹ ਇਹਨਾਂ ਹਥਿਆਰਾਂ ਦਾ ਜਿਹੜਾ ਨਿਰਮਾਣ ਕਰਦਾ ਸੀਗਾ। ਇਸੇ ਸਾਰੀ ਘਟਨਾ ਦੇ ਵਿੱਚ ਯਾਨੀ ਕਿ ਜਿਹੜਾ ਕੁਝ ਇਹ ਵਾਪਰਿਆ ਹੈ, ਇਸੇ ਸਮੇਂ ਨੂੰ ਅਸੀਂ ਓਲਡ ਸਟੋਨ ਏਜ ਦੇ ਨਾਮ ਨਾਲ ਜਾਣਦੇ ਹੈਗੇ। ਤਾਂ ਜਿਹੜਾ ਓਲਡ ਸਟੋਨ ਏਜ ਹੈਗਾ ਗਾ ਉਸ ਨੂੰ ਅਸੀਂ ਪੈਲੀਓਲਿਥਿਕ ਪੀਰੀਅਡ ਦੇ ਨਾਮ ਨਾਲ ਵੀ ਜਾਣਦੇ ਹੈਗੇ। ਔਰ ਜਿਹੜਾ ਲਿਥਿਕ ਪੀਰੀਅਡ ਹੈਗਾ ਗਾ ਇਹ ਦੋ ਸ਼ਬਦਾਂ ਤੋਂ ਬਣਿਆ ਹੈ ਗਰੀਕ ਦੇ ਤੋਂ। ਕਿਹੜੇ ਤੋਂ? ਪਲੈਲੀਓ ਮੀਨਸ ਓਲਡ ਯਾਨੀ ਕਿ ਪੁਰਾਣਾ ਹੈਗਾ ਗਾ, ਔਰ ਜਿਹੜਾ ਲਿਥਿਕ ਮੀਨਸ ਹੈਗਾ ਗਾ ਉਹ ਹੈ ਸਟੋਨ ਯਾਨੀ ਕਿ ਪੁਰਾਣਾ ਪੱਥਰ ਜਿਹੜਾ ਹੈਗਾ ਗਾ ਉਸ ਨੂੰ ਅਸੀਂ ਓਲਡ ਸਟੋਨ ਏਜ ਦੇ ਨਾਮ ਨਾਲ ਜਾਣਦੇ ਹਾਂ। ਸੋ ਇਹ ਮੀਨਿੰਗ ਵੀ ਕਈ ਵਾਰ ਪੁੱਛਿਆ ਜਾਂਦਾ ਹੈ ਕਿ ਓਲਡ ਸਟੋਨ ਏਜ ਉਸਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ, ਤਾਂ ਉਹ ਹੈ ਪਲੈਥੋਇਕ ਪੀਰੀਅਡ ਹੈਗਾ ਗਾ। ਔਰ ਪਲੈਥੋਇਕ ਪੀਰੀਅਡ ਦਾ ਜਿਹੜਾ ਮੀਨਿੰਗ ਹੈ ਉਹ ਇੱਥੇ ਗ੍ਰੀਕ ਵਰਡ ਦੇ ਵਿੱਚੋਂ ਲਿੱਤਾ ਗਿਆ ਹੈ। ਪਲੈਲੀਓ ਮੀਨਸ ਓਲਡ ਹੈਗਾ ਗਾ, ਲਿਥਿਕ ਮੀਨਸ ਸਟੋਨ ਹੈਗਾ। ਸੋ ਇਹ ਕੁਛ ਟੂਲਸ ਨੇਗੇ ਜਿਹੜੇ ਕਿ ਪੁਰਾਤਨ ਪੱਥਰ ਯੁੱਗ ਦੇ ਵਿੱਚ ਬਣਾਏ ਜਾਂਦੇ ਸੀਗੇ, ਜਿਨ੍ਹਾਂ ਦੇ ਨਾਲ ਮਨੁੱਖ ਕੀ ਸੀਗਾ ਜਾਨਵਰਾਂ ਨੂੰ ਮਾਰ ਕੇ ਉਹਨਾਂ ਦਾ ਮੀਟ ਜਿਹੜਾ ਕੱਟ ਕੇ ਖਾਂਦਾ ਸੀਗਾ, ਤਾਂ ਜੋ ਆਪਣੇ ਆਪ ਨੂੰ ਜਿੰਦਾ ਰੱਖ ਸਕੇ ਇਸ ਸਮੇਂ ਦੇ ਵਿੱਚ। ਨੈਕਸਟ ਆਉਂਦਾ ਹੈਗਾ ਮਿਡਲ ਸਟੋਨ ਏਜ। ਸੋ ਇਹ ਜਿਹੜਾ ਮੱਧ ਪੱਥਰ ਯੁੱਗ ਹੈਗਾ ਗਾ, ਸੋ ਮੱਧ ਪੱਥਰ ਯੁੱਗ ਜਿਹੜਾ ਹੈਗਾ ਗਾ ਇਸ ਦਾ ਸਮਾਂ ਜਿਹੜਾ ਤਕਰੀਬਨ ਹੈਗਾ ਗਾ ਉਹ 10,000 ਸਾਲ ਪਹਿਲਾਂ ਦੀ ਗੱਲ ਹੈ। 10,000 ਸਾਲ ਪਹਿਲਾਂ ਦੀ ਗੱਲ ਹੈਗੀ ਜਿਸ ਨੂੰ ਮਿਡਲ ਸਟੋਨ ਏਜ ਜਾਂ ਮੱਧ ਪੱਥਰ ਯੁੱਗ ਦੇ ਨਾਮ ਨਾਲ ਹੈ। ਪੁਰਾਤਨ ਪੱਥਰ ਯੁੱਗ ਦੀ ਬਾਅਦ ਜਿਹੜਾ ਅਸੀਂ ਗੱਲ ਕਰੀਏ ਮਿਡਲ ਏਜ ਦੇ ਵਿੱਚ ਜਾਂ ਮਿਡਲ ਸਟੋਨ ਏਜ ਆ ਜਾਂਦਾ ਹੈਗਾ ਗਾ। The period of old age stone was followed by middle stone age, the period called Mesolithic period. Meso means middles. There was a silent
improvement in the lifestyle of man during this period. Man learn several new things during this period and improve upon the older ones. ਸੋ ਜਿਹੜਾ ਪੁਰਾਤਨ ਪੱਥਰ ਯੁੱਗ ਹੈਗਾ ਗਾ ਉਸ ਤੋਂ ਬਾਅਦ ਮੱਧ ਪੱਥਰ ਯੁੱਗ ਆਉਂਦਾ ਹੈਗਾ ਗਾ, ਜਿਹੜਾ ਕਿ 10,000 ਸਾਲ ਪਹਿਲਾਂ ਦੀ ਗੱਲ ਕਰਦੇ ਹੈਗੇ ਆ। ਤਾਂ ਇਸ ਨੂੰ ਮਿਡਲ ਸਟੋਨ ਏਜ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਗਾ। ਔਰ ਮਿਡਲ ਸਟੋਨ ਏਜ ਦੇ ਵਿੱਚ ਜੇਕਰ ਇਹਨੂੰ ਦੂਸਰੇ ਨਾਮ ਸਾਇੰਸ ਦੀ ਭਾਸ਼ਾ ਦੇ ਵਿੱਚ ਜਾਣਿਆ ਜਾਂਦਾ ਤਾਂ ਉਹ ਹੈ ਮੈਸੋਲਿਥਿਕ ਪੀਰੀਅਡ। ਮੈਸੋ ਮੀਨਸ ਕਿ ਮਿਡਲ, ਇਹ ਅਕਸਰ ਪੁੱਛਿਆ ਜਾਂਦਾ ਹੈ ਮਾਸਟਰ ਦੇ ਵਿੱਚ ਕਈ ਵਾਰ ਕਿ ਮੈਸੋ ਮੀਨਿੰਗ ਕੀ ਹੁੰਦਾ ਹੈ, ਤਾਂ ਮਿਡਲ ਆ ਜਾਂਦਾ ਹੈ। ਔਰ ਲੈਥਿਕ ਦਾ ਮੀਨਿੰਗ ਸੀਗਾ ਕਿ ਪੱਥਰ, ਪੁਰਾਣਾ ਜਿਹੜਾ ਪੱਥਰ ਯੁੱਗ ਸੀਗਾ ਉਸ ਨੂੰ ਕਹਿੰਦੇ ਨੇ ਕਿ ਅਸੀਂ ਮਿਡਲ ਪੱਥਰ ਯੁੱਗ। ਔਰ ਇਸ ਦੇ ਵਿੱਚ ਕੀ ਹੈਗਾ ਗਾ, ਮਨੁੱਖ ਨੇ ਹੌਲੀ ਹੌਲੀ ਜੀਵਨ ਦੀ ਜਿਹੜੀ ਪੱਧਰ ਦੇ ਵਿੱਚ ਉੱਨਤੀ ਕੀਤੀ ਹੈ, ਨਵੀਆਂ ਚੀਜ਼ਾਂ ਉਸਨੇ ਸਿੱਖੀਆਂ ਹਨ। ਇਸ ਯੁੱਗ ਦੇ ਵਿੱਚ ਮਨੁੱਖ ਨੇ ਕਈ ਜਿਹੜੀਆਂ ਨਵੀਆਂ ਚੀਜ਼ਾਂ ਨੂੰ ਸਿੱਖ ਕੇ ਪਰ ਪੁਰਾਣੀਆਂ ਦੇ ਵਿੱਚ ਉਹਨੇ ਥੋੜ੍ਹਾ ਜਿਹੜਾ ਸੁਧਾਰ ਕਰ ਦਿੱਤਾ ਸੀਗਾ। ਐਗਜ਼ਾਮਪਲ ਦੇ ਤੌਰ 'ਤੇ ਗੱਲ ਕਰੀਏ ਤਾਂ ਕੀ ਸੀਗਾ, ਉਹਨਾਂ ਨੇ ਟੁੱਟੇ ਹੋਏ ਜਿਹੜੇ ਪੱਥਰ ਦੇ ਟੁਕੜਿਆਂ ਦੀ ਥਾਂ 'ਤੇ ਜਿਹੜੇ ਨਕੀਲੇ ਘੜੇ ਹੋਏ ਹਥਿਆਰਾਂ ਦਾ ਜਿਹੜਾ ਘੜੇ ਹੋਏ ਪੱਥਰਾਂ ਦੇ ਹਥਿਆਰ, ਕੁਹਾੜੀ, ਭਾਲੇ ਅਤੇ ਗੜਾਸੇ ਆਦਿ ਜਿਹੜੇ ਬਣਾਉਣੇ ਸਿੱਖ ਲਏ ਸੀਗੇ, ਜਿਹਦੇ ਨਾਲ ਕੀ ਸੀਗਾ ਉਹਨਾਂ ਨੇ ਲੱਕੜੀ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ ਲੰਮੇ ਤਰੀਕੇ ਨਾਲ ਉਹਨੇ ਪੱਥਰ ਨੂੰ ਲੱਕੜੀ ਦੇ ਉੱਪਰ ਬੰਨ੍ਹ ਲਿੱਤਾ, ਜਿਹਦੇ ਨਾਲ ਕਿ ਉਹ ਦੂਰ ਤੋਂ ਹੀ ਵਾਰ ਕਰ ਸਕਦਾ ਸੀਗਾ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਰ ਸਕਦਾ ਸੀਗਾ, ਜਿਹਦੇ ਕਰਕੇ ਕੀ ਸੀਗਾ ਉਹ ਆਪਣੇ ਆਪ ਨੂੰ ਦੂਸਰੇ ਜਾਨਵਰਾਂ ਤੋਂ ਜਿਹੜਾ ਬਚਾ ਵੀ ਸਕਦਾ ਸੀਗਾ। ਸੋ ਇਹ ਕੁਛ ਟੂਲਸ ਨੇਗੇ ਜਿਹੜੇ ਕਿ ਮਿਡਲ ਸਟੋਨ ਏਜ ਦੇ ਵਿੱਚ ਵਰਤੇ ਜਾਂਦੇ ਸੀਗੇ। ਇਹ ਮਿਡਲ ਸਟੋਨ ਦੇ ਹੈਗੇ, ਪਹਿਲੀ ਵਾਰ ਜਿਹੜੀ ਮੈਂ ਦਿਖਾਈ ਤੁਹਾਨੂੰ ਉਹ ਓਲਡ ਸਟੋਨ ਏਜ ਦੇ ਹੈਗੇ ਨੇ। ਐਗਜ਼ਾਮਪਲਸ ਦੀ ਅਸੀਂ ਗੱਲ ਕਰ ਲਿੱਤੀ ਹੈਗੀ ਹੈ ਕਿ ਜਿਹੜੀ ਕਿਸ ਤਰੀਕੇ ਦੇ ਉਹਨਾਂ ਦੇ ਹਥਿਆਰ ਸੀ। ਉਹਨਾਂ ਨੇ ਲੱਕੜੀ ਦਾ ਜਿਹੜਾ ਇਸ ਤਰੀਕੇ ਦੇ ਹਥਿਆਰ ਜਿਹੜੇ ਬਣਾ ਲਿੱਤੇ ਸੀ, ਉਹਨਾਂ ਦੇ ਉੱਪਰ ਪੱਥਰ ਜੜ ਲਿੱਤੇ ਸੀਗੇ, ਠੀਕ ਹੈ, ਤਾਂ ਜੋ ਉਹ ਦੂਰ ਤੋਂ ਹੀ ਵਾਰ ਕਰ ਸਕਣ ਅਤੇ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਆਪਣਾ ਵਾਰ ਕਰ ਸਕਣ। He also learned that certain types of food grains could be stored for a long time and started gathering them for use at a later time. Beside the caves and rock shelters, man gradually learned to make small hunts of reed, woods, leaves. This was represents that beginning of settler life and also village. ਸੋ ਇਸ ਪੀਰੀਅਡ ਦੇ ਵਿੱਚ ਉਹਨਾਂ ਨੇ ਕੀ ਹੈਗਾ ਨਵੀਆਂ ਚੀਜ਼ਾਂ ਜਿਹੜੀਆਂ ਖੋਜ ਲੈਤੀਆਂ ਸੀਗੀਆਂ। ਉਸਨੇ ਕੀ ਕੀਤਾ ਸੀਗਾ ਕਿ ਜਿਹੜਾ ਉਹਦਾ ਫੂਡ ਸੀਗਾ ਉਸ ਨੂੰ ਸਟੋਰ ਕਰਨਾ ਸਿੱਖ ਲਿੱਤਾ, ਉਸਨੂੰ ਕਿਸ ਤਰੀਕੇ ਦੇ ਨਾਲ ਪਕਾ ਕੇ ਖਾਣਾ ਕਿਸ ਤਰੀਕੇ ਦੇ ਨਾਲ ਖਾਣਾ ਹੈਗਾ ਉਸ ਬਾਰੇ ਉਸਨੂੰ ਵੀ ਪਤਾ ਲੱਗ ਚੁੱਕਿਆ ਸੀਗਾ। ਔਰ ਉਸਨੇ ਉਹਨੂੰ ਸੰਭਾਲ ਕੇ ਰੱਖਣਾ ਸ਼ੁਰੂ ਕਰ ਦਿੱਤਾ ਤਾਂ ਜੋ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਸਦੀ ਜਿਹੜੀ ਮਦਦ ਹੋ ਸਕੇ। ਔਰ ਉਹਨਾਂ ਨੇ ਗੁਫਾਵਾਂ ਅਤੇ ਪੱਥਰਾਂ ਦੇ ਜਿਹੜੇ ਵਿਸ਼ਰਾਮ ਘਰਾਂ ਤੋਂ ਇਲਾਵਾ ਮਨੁੱਖ ਨੇ ਜਿਹੜਾ ਹੌਲੀ ਹੌਲੀ ਲੱਕੜੀ, ਬਾਂਸ ਅਤੇ ਪੱਤਿਆਂ ਦੀਆਂ ਜਿਹੜੀਆਂ ਝੋਪੜੀਆਂ ਬਣਾਉਣੀਆਂ ਵੀ ਸਿੱਖ ਲਈਆਂ ਸੀਗੀਆਂ। ਔਰ ਇਹ ਹੌਲੀ ਹੌਲੀ ਕੀ ਹੈਗਾ ਸਥਾਪਨ ਹੋਇਆ, ਔਰ ਜਿਹਦੇ ਨਾਲ ਕੀ ਹੈਗਾ ਉਸ ਸਮੇਂ ਦੇ ਵਿੱਚ ਸਥਿਰ ਜੀਵਨ ਆਰੰਭ ਹੋਇਆ ਸੀ ਅਤੇ ਪਿੰਡਾਂ ਦੀ ਵੀ ਜਿਹੜੀ ਹੌਲੀ ਹੌਲੀ ਉੱਥੇ ਸਥਾਪਨਾ ਹੋ ਗਈ ਸੀਗੀ। ਇਹ ਗੱਲ ਹੈ ਮਿਡਲ ਸਟੋਨ ਏਜ ਦੀ। ਨੈਕਸਟ ਆਉਂਦਾ ਹੈ ਡਿਸਕਵਰੀ ਆਫ ਫਾਇਰ। ਸੋ ਅੱਗ ਦੀ ਜਿਹੜੀ ਖੋਜ ਹੋਈ ਹੈਗੀ ਬਹੁਤ ਵੱਡੀ ਖੋਜ ਸੀਗੀ, ਜਿਹਨੇ ਮਨੁੱਖ ਦੀ ਸਾਰੀ ਲਾਈਫ ਨੂੰ ਜਿਹੜਾ ਬਦਲ ਦਿੱਤਾ ਸੀਗਾ, ਸਾਰੇ ਸਟਰਕਚਰ ਨੂੰ ਬਦਲ ਦਿੱਤਾ ਸੀਗਾ ਅੱਗ ਨੇ। ਔਰ ਸਾਡੀ ਬਹੁਤ ਕੰਮ ਜਿਹੜੀ ਆਉਂਦੀ ਹੈਗੀ ਅੱਗ ਗਰਮੀ ਤੋਂ ਬਚਣ ਦੇ ਸਰਦੀ ਤੋਂ ਬਚਣ ਦੇ ਲਈ, ਔਰ ਹੋਰ ਸਾਨੂੰ ਬਾਲਣ ਦੇ ਲਈ, ਭੋਜਨ ਪਕਾਉਣ ਦੇ ਲਈ ਜਿਹੜੀ ਇਸਦੀ ਹੈਲਪ ਹੁੰਦੀ ਸੀਗੀ। ਵਨ ਆਫ ਦਾ ਗ੍ਰੇਟ step in the advancement of man was discovery of fire. The grading of two stones preface accidentally light some fire. This taught him how to lit fire, and he must have started cooking his food. The fire also kept him warm during the cold season and protected him from the wild animals. ਸੋ ਜਿਹੜੀ ਅੱਗ ਦੀ ਖੋਜ ਹੋਈ ਹੈ ਉਸ ਦੇ ਨਾਲ ਮਨੁੱਖ ਨੂੰ ਬਹੁਤ ਵੱਡਾ ਜਿਹੜਾ ਫਾਇਦਾ ਹੋਇਆ। ਇੱਕ ਇਹ ਕਹਿ ਸਕਦੇ ਹਾਂ ਆਧੁਨਿਕ ਖੋਜ ਅਸੀਂ ਮੰਨ ਸਕਦੇ ਸੀ ਉਸ ਸਮੇਂ ਦੀ, ਮਨੁੱਖ ਦੇ ਵਿਕਾਸ ਦੀ ਇੱਕ ਪਹਿਲੀ ਔਰ ਮਹਾਨ ਪ੍ਰਾਪਤੀ ਕਹਿ ਸਕਦੇ ਹੈਗੇ ਹਾਂ ਇਸ ਨੂੰ। ਸਭ ਤੋਂ ਪਹਿਲਾਂ ਮਨੁੱਖ ਨੇ ਕੀ ਕੀਤਾ ਸੀ, ਇਸ ਦੇ ਵਿੱਚ ਦੋ ਪੱਥਰ ਸੀਗੇ ਜਿਹੜੇ ਉਹਨਾਂ ਨੂੰ ਆਪਸ ਦੇ ਵਿੱਚ ਕੀ ਹੈਗਾ ਅਚਾਨਕ ਜਿਹੜਾ ਰਗੜਿਆ ਸੀਗਾ। ਔਰ ਅਚਾਨਕ ਰਗੜਨ ਦੇ ਨਾਲ ਕੀ ਹੈਗਾ ਜਦੋਂ ਅੱਗ ਪੱਥਰਾਂ ਦੇ ਵਿੱਚੋਂ ਅੱਗ ਨਿਕਲੀ ਤਾਂ ਉਸ ਨਾਲ ਕੀ ਹੈਗਾ ਮਨੁੱਖ ਨੂੰ ਪਤਾ ਲੱਗੇ ਕਿ ਇਹ ਅੱਗ ਦੀ ਚਿੰਗਾੜੀ ਆ ਜਿਹੜੀ ਸਾਡੇ ਲਈ ਬਹੁਤ ਲਾਭਦਾਇਕ ਹੋ ਸਕਦੀ ਹੈ, ਕਿਉਂਕਿ ਉਹ ਅੱਗ ਦੀ ਚਿੰਗਾੜੀ ਉਹਨਾਂ ਨੇ ਕਿਸੇ ਨਾ ਕਿਸੇ ਚੀਜ਼ ਨੂੰ ਜਲਾਉਣ ਦੇ ਲਈ ਹੀ ਕਰੀ ਹੋਵੇਗੀ। ਜਦੋਂ ਪੱਥਰ ਦੋ ਰਗੜੇ ਤਾਂ ਉਹਨਾਂ ਨੇ ਫਿਰ ਉਸ ਪੱਥਰ ਨੂੰ ਰਗੜ ਕੇ ਉਹ ਜਿਹੜੀ ਚਿੰਗਾਰੀ ਨਿਕਲਦੀ ਆ ਉਹ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਹੌਲੀ ਹੌਲੀ ਮਨੁੱਖ ਨੂੰ ਪਤਾ ਲੱਗਦਾ ਕਿ ਇਹ ਅੱਗ ਦਾ ਰੂਪ ਧਾਰਨ ਕਰ ਸਕਦੇ ਜੇਕਰ ਸੁੱਕੇ ਘਾਹ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਅੱਗ ਲਗਾਵਾਂਗੇ ਜਾਂ ਸੁੱਕੇ ਪੱਤਿਆਂ ਨੂੰ ਅੱਗ ਲਗਾਵਾਂਗੇ। ਇਸੇ ਦੇ ਨਾਲ ਕੀ ਮਨੁੱਖ ਨੇ ਜਿਹੜਾ ਅੱਗ ਬਾਲਣਾ ਵੀ ਸਿੱਖ ਲਿਆ ਸੀਗਾ, ਔਰ ਭੋਜਨ ਪਕਾਉਣ ਦਾ ਜਿਹੜਾ ਉਹਨੂੰ ਪਤਾ ਲੱਗ ਚੁੱਕਿਆ ਸੀਗਾ ਕਿ ਕਿਸ ਤਰੀਕੇ ਨਾਲ ਅੱਗ ਦੇ ਨਾਲ ਹੀ ਉਹ ਸਰਦੀਆਂ ਦੇ ਮੌਸਮ ਦੇ ਵਿੱਚ ਗਰਮੀ ਬਚਾ ਸਕਦੇ ਸੀ। ਗਰਮ ਜਿਹੜੇ ਖਤਰਨਾਕ ਜਾਨਵਰ ਸੀਗੇ ਉਹਨਾਂ ਤੋਂ ਵੀ ਉਹ ਅੱਗ ਜਿਹੜੀ ਬਚਾ ਦਿੰਦੀ ਸੀਗੀ ਉਹਨਾਂ ਨੂੰ। ਨੈਕਸਟ ਆਉਂਦਾ ਗਾ ਦ ਵੀਲਸ ਯਾਨੀ ਕਿ ਪਹੀਏ ਦੀ ਖੋਜ।
Carrying a round object from one place to another by rolling it is much easier than carrying a cubical object or dragging it. Men must have learned it by rolling logs of wood and also used it carry other object with its help. Probably the use of solid logs as wheels was the first mechanical device invented by man, and that made the advancement quicker and easier. So ਜਿਹੜੀ ਚੱਕੇ ਦੀ ਜਾਂ ਪਹੀਏ ਦੀ ਖੋਜ ਕਹਿ ਦਈਏ ਇੱਕ ਬਹੁਤ ਵੱਡੀ ਖੋਜ ਸੀ, ਉਹ ਵੀ ਅੱਗ ਤੋਂ ਬਾਅਦ, ਕਿਉਂਕਿ ਪਹਿਲਾਂ ਮਨੁੱਖ ਨੂੰ ਕੀ ਸੀ, ਜਿਹੜੀਆਂ ਚਪਟੀਆਂ ਚੀਜ਼ਾਂ ਸੀਗੀਆਂ ਉਹਨੂੰ ਇੱਕ ਥਾਂ ਤੋਂ ਦੂਸਰੀ ਜਗ੍ਹਾ ਲਿਜਾਣ ਦੇ ਵਿੱਚ ਬਹੁਤ ਦਿੱਕਤ ਹੁੰਦੀ ਸੀ। ਬਟ ਜਿਵੇਂ ਹੀ ਉਹਨਾਂ ਨੇ ਚੱਕੇ ਦੀ ਜਿਹੜੀ ਖੋਜ ਕੀਤੀ, ਪਹੀਏ ਦੀ ਖੋਜ ਕੀਤੀ, ਤਾਂ ਕੀ ਸੀਗਾ, ਜਿਹੜੀਆਂ ਗੋਲ ਬਣਾ ਕੇ ਉਹਨਾਂ ਨੇ ਵਸਤੂਆਂ ਨੂੰ ਰੇੜਨਾ ਸ਼ੁਰੂ ਕਰ ਦਿੱਤਾ, ਜਿਹੜੀਆਂ ਕਿ ਇੱਕ ਥਾਂ ਤੋਂ ਦੂਸਰੀ ਜਗ੍ਹਾ ਦੇ ਉੱਪਰ ਆਸਾਨੀ ਦੇ ਨਾਲ ਜਾ ਸਕਦੀ ਸੀ। ਪਹਿਲਾਂ ਜਿਹੜੀਆਂ ਚਪਟੀਆਂ ਹੁੰਦੀਆਂ ਸੀ ਉਹ ਨਹੀਂ ਰੁੜਦੀਆਂ ਸੀ, ਬਟ ਜਦੋਂ ਗੋਲ ਜੀ ਨੂੰ ਅਸੀਂ ਇੱਕ ਥਾਂ ਤੋਂ ਰੁੜਦੇ ਤਾਂ ਕਾਫੀ ਦੂਰ ਚਲੀ ਜਾਂਦੀ ਸੀ। ਇਸ ਤਰੀਕੇ ਦੇ ਨਾਲ ਪਹੀਏ ਦੀ ਜਿਹੜੀ ਖੋਜ ਹੋਈ ਸੀਗੀ। ਔਰ ਮਨੁੱਖ ਨੇ ਜਿਹੜਾ ਲੱਕੜੀ ਦੇ ਗੱਟਿਆਂ ਦੀ ਰੇਹੜੀ ਨੂੰ ਕੀ ਹੈਗਾ ਜਿਹੜੀ ਕਿ ਲੱਕੜੀ ਦੀ ਗੱਠੀ ਹੁੰਦੀ ਹੈਗੀ ਜਿਹਨੂੰ ਗੋਲ ਅਸੀਂ ਗਲਾਈ ਦੇ ਵਿੱਚ ਹੁੰਦੇ ਹਾਂ, ਉਸ ਤੋਂ ਮੰਨਿਆ ਜਾਂਦਾ ਹੈਗਾ ਕਿ ਮਨੁੱਖ ਨੇ ਜਿਹੜਾ ਕਿਸੇ ਪਹੀਏ ਦੀ ਖੋਜ ਜਿਹੜੀ ਸਿੱਖੀ ਹੈਗੀ ਹੈ, ਕਿਉਂਕਿ ਉਹ ਜਿਹੜਾ ਲੱਕੜੀਆਂ ਦੇ ਗੱਠੇ ਹੁੰਦੇ ਆ ਉਹ ਜਲਦੀ ਰੁੜ ਜਾਂਦੇ ਹੈਗੇ ਨੇ। ਇਹ ਮੰਨਿਆ ਜਾਂਦਾ ਹੈਗਾ ਕਿ ਲੱਕੜੀਆਂ ਦੇ ਗੱਠੇ ਤੋਂ ਜਿਹੜਾ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਟਾਇਰ ਪਹੀਆ ਜਿਹੜਾ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕਿਸੇ ਮਨੁੱਖ ਸੀਗਾ ਇੱਕ ਥਾਂ ਤੋਂ ਦੂਸਰੀ ਜਗ੍ਹਾ ਜਿਹੜੇ ਚੀਜ਼ਾਂ ਨੂੰ ਖਿੱਚ ਕੇ ਲਿਆ ਸਕਦਾ ਸੀ। ਕਿ ਔਰ ਲੱਕੜੀ ਦੇ ਹੀ ਇਹਨਾਂ ਨੇ ਹੌਲੀ ਹੌਲੀ ਕੀ ਹੈ ਕਿ ਖੋਜ ਕੀਤੀ, ਲੱਕੜੀ ਤੋਂ ਇਹਨਾਂ ਨੇ ਜਿਹੜੇ ਪਹੀਏ ਬਣਾਉਣੇ ਸੀ। ਬਟ ਹੌਲੀ ਹੌਲੀ ਕੀ ਹੈ ਕਿ ਮਸ਼ੀਨੀ ਯੁੱਗ ਦੀ ਸ਼ੁਰੂਆਤ ਹੋਈ। ਮਸ਼ੀਨ ਤੋਂ ਬਾਅਦ ਅੱਜ ਸਾਡੇ ਕੋਲ ਜਿਹੜੇ ਮਾਡਰਨ ਟਾਈਮ ਦੇ ਜਿਹੜੇ ਪਹੀਏ ਨੇ ਉਹ ਅਸੀਂ ਦੇਖ ਸਕਦੇ ਹਾਂ। ਹਰ ਇੱਕ ਚੀਜ਼ ਪਹੀਏ ਦੇ ਉੱਪਰ ਡਿਪੈਂਡ ਹੈ। ਸੋ ਇਨਵੈਂਸ਼ਨ ਆਫ ਵੀਲਸ ਜਿਹੜੀ ਹੈਗੀ ਕਿ ਅਸੀਂ ਦੇਖ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਹੋਈ ਹੈ, ਔਰ ਮਨੁੱਖ ਇਸ ਤਰੀਕੇ ਨਾਲ ਉਸ ਚੀਜ਼ ਨੂੰ ਯੂਜ਼ ਕਰਦਾ ਸੀ। ਨੈਕਸਟ ਆ ਜਾਂਦਾ ਹੈਗਾ ਮੈਨ ਐਜ਼ ਏ ਪ੍ਰੋਡਿਊਸਰ। ਸੋ ਇਸ ਨੂੰ ਨਿਊ ਸਟੋਨ ਏਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਏਜ ਨੂੰ ਜਿਸ ਸਮੇਂ ਦੇ ਵਿੱਚ ਮੈਨ ਐਜ਼ ਏ ਪ੍ਰੋਡਿਊਸਰ ਦੇ ਤੌਰ 'ਤੇ ਕੰਮ ਕਰਦਾ ਹੈਗਾ। ਇਸ ਨਿਊ ਸਟੋਨ ਏਜ ਦੀ ਜਿਹੜਾ ਸਮਾਂ ਹੈਗਾ ਉਹ 5000 ਸਾਲ ਪਹਿਲਾਂ ਦਾ ਮੰਨਿਆ ਜਾਂਦਾ ਹੈ। ਜਾਣੀ ਕਿ 5000 ਸਾਲ ਪਹਿਲਾਂ ਹੀ ਮਨੁੱਖ ਨੇ ਜਿਹੜਾ ਉਤਪਾਦਕ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਠੀਕ ਹੈ। ਮੈਨ ਨੋਟਿਸ ਦੈਟ ਗ੍ਰੇਨਸ ਦੈਟ were thrown on the ground grew into new plants and produced more grains. He slowly learned as to when the seeds should be put into the soil for quick and better growth, how to soften the ground and other such things. This was the beginning of agriculture and also civilization way of man's life. By this time the third and the last piece of Stone Age has started. It is called New Stone Age. So ਇਸ ਨੂੰ ਅਸੀਂ ਨਿਊ ਸਟੋਨ ਏਜ ਦੇ ਨਾਮ ਨਾਲ ਜਾਣਦੇ ਹੈਗੇ ਆਂਗੇ। ਮਨੁੱਖ ਨੇ ਕੀ ਦੇਖਿਆ ਸ਼ੁਰੂਆਤ ਦੇ ਵਿੱਚ ਕਿ ਜਿਹੜੇ ਅਨਾਜ ਦੇ ਦਾਣੇ ਨੇ ਜਦੋਂ ਉਹਨਾਂ ਨੂੰ ਭੂਮੀ ਦੇ ਵਿੱਚ ਸਿੱਟ ਦਿੰਦੇ ਆ ਤਾਂ ਉਹ ਹੌਲੀ ਹੌਲੀ ਤਰੀਕੇ ਨਾਲ ਕੀ ਹੈ ਨਵੇਂ ਉੱਗ ਹੁੰਦੇ ਨੇਗੇ, ਜਾਣੀ ਕਿ ਨਵਾਂ ਉਹਨਾਂ ਨੂੰ ਇੱਕ ਪੌਦਾ ਹੋ ਜਾਂਦਾ, ਉਸ ਤੋਂ ਸਾਨੂੰ ਦੁਬਾਰਾ ਉਹ ਅਨਾਜ ਜਿਹੜਾ ਮਿਲ ਜਾਂਦਾ ਹੈ ਸ਼ੁਰੂਆਤ ਦੇ ਵਿੱਚ। ਔਰ ਜਿਸ ਤੋਂ ਬਹੁਤ ਸਾਰਾ ਅਨਾਜ ਪ੍ਰਾਪਤ ਹੋ ਜਾਂਦਾ, ਇੱਕ ਬੀਜ ਸਿੱਟਦੇ ਹਾਂ ਉਸ ਤੋਂ ਬਹੁਤ ਸਾਰੇ ਜਿਹੜੇ ਪੌਦੇ ਹੋਰ ਬਹੁਤ ਸਾਰੀ ਜਿਹੜੀ ਪ੍ਰੋਡਕਸ਼ਨ ਹੋ ਜਾਂਦੀ ਹੈਗੀ। ਉਸੇ ਤਰੀਕੇ ਨਾਲ ਉਹਨੇ ਹੌਲੀ ਹੌਲੀ ਕੀ ਕੀਤਾ ਕਿ ਬੀਜ ਸਿੱਟਦਾ ਰਿਹਾ, ਔਰ ਬੀਜ ਸਿੱਟਣ ਤੋਂ ਬਾਅਦ ਉਸਨੂੰ ਇਹ ਵੀ ਪਤਾ ਲੱਗਦਾ ਹੈ ਹੌਲੀ ਹੌਲੀ ਕਿ ਜਿਹੜਾ ਬੀਜ ਉਹ ਮਿੱਟੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਧੀਆ ਉੱਗੇਗਾ, ਕਦੋਂ ਉੱਗੇਗਾ, ਕਿੰਨੀ ਜਲਦੀ ਉੱਗੇਗਾ। ਇਸ ਚੀਜ਼ ਦਾ ਵੀ ਉਹਨਾਂ ਨੂੰ ਹੌਲੀ ਹੌਲੀ ਗਿਆਨ ਹੋਇਆ, ਕਿਉਂਕਿ ਉਹ ਬੀਜ ਸਿੱਟਦੇ ਰਹੇ, ਦੇਖਦੇ ਰਹੇ ਕਿ ਇੰਨਾ ਸਮਾਂ ਨਹੀਂ ਹੁੰਦਾ, ਇਸ ਸਮੇਂ ਦੇ ਵਿੱਚ ਹੋ ਜਾਂਦਾ ਹੈ, ਇਸ ਸਮੇਂ ਦੇ ਵਿੱਚ ਵਧੀਆ ਹੁੰਦਾ, ਇੰਨੇ ਸਮੇਂ ਦੇ ਵਿੱਚ ਵਧੀਆ ਨਹੀਂ ਹੁੰਦਾ, ਇਸ ਸਮੇਂ ਦੇ ਵਿੱਚ ਫਸਲ ਜਿਹੜੀ ਉਹ ਪੱਕ ਜਾਂਦੀ ਹੈ। ਇਸ ਤਰੀਕੇ ਦੇ ਨਾਲ ਮਨੁੱਖ ਨੇ ਜਿਹੜਾ ਪ੍ਰੋਡਿਊਸਰ ਦੇ ਰੂਪ ਦੇ ਵਿੱਚ ਕੰਮ ਕੀਤਾ, ਯਾਨੀ ਕਿ ਉਸਨੇ ਹੌਲੀ ਹੌਲੀ ਐਗਰੀਕਲਚਰ ਦਾ ਜਿਹੜਾ ਰੂਪ ਧਾਰਨ ਕਰ ਲਿੱਤਾ, ਜਿਹੜੇ ਕਿ ਅਸੀਂ ਅੱਜ ਖੇਤੀਬਾੜੀ ਦੇ ਨਾਲ ਜੁੜਿਆ। ਜਦੋਂ ਮਨੁੱਖ ਨੇ ਐਗਰੀਕਲਚਰ ਜਿਹੜੀ ਸ਼ੁਰੂ ਕਰ ਦਿੱਤੀ ਸੀਗੀ ਅਤੇ ਮਨੁੱਖ ਦੀ ਜਿਹੜੀ ਲਾਈਫ ਉਹ ਇੱਕ ਤਰੀਕੇ ਨਾਲ ਵਧੀਆ ਹੋ ਗਈ ਸੀ, ਕਿਉਂਕਿ ਉਹਨੂੰ ਬਹੁਤ ਸਾਰਾ ਜਿਹੜਾ ਫੂਡ ਆ ਉਹ ਪ੍ਰੋਵਾਈਡ ਹੋ ਜਾਂਦਾ ਸੀ, ਉਹਨਾਂ ਨੂੰ ਜਿਹੜਾ ਐਨੀਮਲਸ ਨੇ ਉਹਨਾਂ ਦੇ ਉੱਪਰ ਡਿਪੈਂਡ ਨਹੀਂ ਹੋਣਾ ਪੈਂਦਾ ਸੀ। ਸੋ ਇਸ ਏਜ ਨੂੰ ਨਿਊ ਸਟੋਨ ਏਜ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ। ਔਰ ਨਿਊ ਸਟੋਨ ਏਜ ਨੂੰ ਜਿਹੜਾ ਦੂਸਰੇ ਨਾਮ ਨਾਲ ਜਾਣਦੇ ਉਹ ਨਿਊ ਲਿਥਿਕ ਪੀਰੀਅਡ ਹੈਗਾ, ਜਿਸ ਨੂੰ ਨੀ ਦਾ ਮੀਨਿੰਗ ਹੈਗਾ ਕਿ ਨਵਾਂ। ਠੀਕ ਹੈ। ਸੋ ਇਹ ਇਸ ਤਰ੍ਹਾਂ ਦੀ ਮੀਨਿੰਗ ਜ਼ਰੂਰ ਪੁੱਛੇ ਜਾਂਦੇ ਹੁੰਦੇ ਆ। ਨਿਊ ਲਿਥਿਕ, ਪੈਓਲਿਥਿਕ ਜਿਹੜੇ ਹੁੰਦੇ ਨੇ ਇਹਨਾਂ ਨੂੰ ਜ਼ਰੂਰ ਸਟੱਡੀ ਕਰ ਲੈਣਾ। Man was now living in hunts, growing and cooking food. His implement had also become more refined. His tools were sharp and lighter in weight that made them more effective. In New Stone Age, the man also learned to make vessels of clay
to stone his food and also to cook. In the beginning, these vessels were handmade and dried in the sun, but later on men also learnt the art of wheel turner and baked vessels. So ਜਦੋਂ ਹੁਣ ਮਨੁੱਖ ਨੇ ਕੀ ਕੀਤਾ, ਹੌਲੀ ਹੌਲੀ ਝੋਪੜੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਸੀ ਬਣਾਉਣੀਆਂ, ਅਤੇ ਝੋਪੜੀਆਂ ਦੇ ਵਿੱਚ ਉਹ ਰਹਿਣਾ ਸਿੱਖ ਗਿਆ ਸੀਗਾ, ਨਵੇਂ ਨਵੇਂ ਹਥਿਆਰ ਸਿੱਖ ਗਿਆ ਸੀ, ਐਗਰੀਕਲਚਰ ਸਿੱਖ ਗਿਆ ਸੀਗਾ, ਠੀਕ ਹੈ। ਤਾਂ ਇਸੇ ਤਰੀਕੇ ਨਾਲ ਉਹਨੇ ਅਨਾਜ ਵੀ ਉਗਾਉਣਾ ਸਿੱਖ ਲਿਆ ਅਤੇ ਅਨਾਜ ਨੂੰ ਜਿਹੜਾ ਪਕਾਉਣਾ ਵੀ ਸਿੱਖ ਲਿਆ ਸੀਗਾ। ਔਰ ਉਹਨਾਂ ਦੇ ਨਾਲੋਂ ਹੁਣ ਕੀ ਹੋਇਆ, ਉਹਦੇ ਕੋਲ ਜਿਹੜੇ ਹਥਿਆਰ ਸੀ ਉਹ ਵੀ ਪਹਿਲਾਂ ਦੇ ਨਾਲੋਂ ਵਧੀਆ ਬਣ ਗਏ ਸੀਗੇ। ਉਹਨਾਂ ਨੇ ਉਸ ਤਰੀਕੇ ਨਾਲ ਅਪਲਾਈ ਕਰਦਾ ਸੀ ਜੋ ਪਹਿਲਾਂ ਨਾਲੋਂ ਤੇਜ਼ ਅਤੇ ਹਲਕੀ ਸੀਗੇ, ਅਤੇ ਜਿਨ੍ਹਾਂ ਨਾਲ ਮਨੁੱਖ ਨੂੰ ਜਿਹੜਾ ਕੰਮ ਕਰਨ ਦੀ ਸਮਰੱਥਾ ਵੀ ਅੱਗੇ ਦੇ ਨਾਲੋਂ ਵੱਧ ਗਈ ਸੀ, ਕਿਉਂਕਿ ਜਿਹੜੇ ਹਥਿਆਰ ਉਹ ਨਵੀਂ ਟੈਕਨੋਲੋਜੀ ਦੇ ਕਹਿ ਸਕਦੇ ਹਾਂ ਉਸ ਸਮੇਂ ਦੇ ਵਿੱਚ ਹੋ ਗਏ ਸੀਗੇ। ਨਵੇਂ ਪੱਥਰ ਯੁੱਗ ਦੇ ਵਿੱਚ ਮਨੁੱਖ ਨੇ ਭੋਜਨ ਪਕਾਉਣ ਅਤੇ ਰੱਖਣ ਦੇ ਲਈ ਮਿੱਟੀ ਦੇ ਬਰਤਨ ਵੀ ਬਣਾਉਣੇ ਸਿੱਖ ਲਏ ਸੀਗੇ। ਸ਼ੁਰੂ ਦੇ ਵਿੱਚ ਜਿਹੜੇ ਬਰਤਨ ਹੁੰਦੇ ਸੀਗੇ ਉਹ ਹੱਥ ਦੇ ਨਾਲ ਬਣਾ ਕੇ ਧੁੱਪ ਦੇ ਵਿੱਚ ਸੁਕਾਏ ਜਾਂਦੇ ਸੀ, ਬਟ ਹੌਲੀ ਹੌਲੀ ਕੀ ਹੋਇਆ, ਉਹਨਾਂ ਨੇ ਚੱਕ ਅਸੀਂ ਅੱਜ ਪ੍ਰੈਜ਼ੈਂਟ ਟਾਈਮ ਦੇ ਵਿੱਚ ਦੇਖਦੇ ਹਾਂ, ਚੱਕ ਦੇ ਉੱਪਰ ਸਾਡਾ ਘੜਾ ਬਣਦਾ ਹੈਗਾ ਉਹ ਬਣਾਉਣਾ ਸ਼ੁਰੂ ਕਰਦਾ ਚੱਕ ਦੇ ਉੱਪਰ, ਔਰ ਉਸ ਤੋਂ ਬਣਾ ਕੇ ਉਦੋਂ ਬਾਅਦ ਉਹ ਭੱਠੀ ਦੇ ਵਿੱਚ ਉਸਨੂੰ ਪਕਾਉਣਾ ਸਿੱਖ ਗਏ ਸੀਗੇ। ਸੋ ਇਹ ਕਹਿ ਸਕਦੇ ਹਾਂ ਅਰਲੀ ਮੈਨ ਮੇਕਿੰਗ ਪੋਇਟਰੀ, ਯਾਨੀ ਕਿ ਬਰਤਨ ਬਣਾਉਂਦਾ ਸੀਗਾ। ਔਰ ਇਹ ਚੱਕ ਜੋ ਨੀਚੇ ਪਿਆ ਹੈਗਾ ਤੁਸੀਂ ਦੇਖ ਸਕਦੇ ਹੋ, ਜੇ ਕਿਸੇ ਨੂੰ ਨਹੀਂ ਪਤਾ ਹੈਗਾ ਸੌਰੀ, ਆਹ ਵਾਲਾ ਚੱਕ ਹੈਗਾ ਜਿਹਦੇ ਉੱਪਰ ਘੁਮਾ ਕੇ ਤੌੜੇ ਜਾਂ ਬਰਤਨ ਬਣਾਏ ਜਾਂਦੇ ਸੀਗੇ। ਨੈਕਸਟ ਆਉਂਦਾ ਹੈਗਾ ਮੈਨ ਇਜ਼ ਆਰਟਿਸਟ, ਮਨੁੱਖ ਕਲਾਕਾਰ ਦੇ ਰੂਪ ਵਿੱਚ। ਮਚ ਬਿਫੋਰ man learned to grow and cook food or to make vessels, he learned to express his artistic instinct by drawing figure on the walls of caves and rock shelters where he lived. This was perhaps the first interior decorations in the world. He drew the figure of animals, human beings, hunting scenes with the help of pigments and pointed stones. Many times they are only line drawing, but in some cases some colored pigments are also used to fill the figures. These rock drawing have been discovered at several places in India and other parts of the world. One such place in India is Bhimbetka in near Bhopal in Madhya Pradesh. ਸੋ ਅਸੀਂ ਗੱਲ ਕਰੀਏ ਭੋਜਨ ਉਗਾਉਣਾ ਇਸਨੇ ਸਿੱਖ ਲਿੱਤਾ ਸੀ ਮਨੁੱਖ ਨੇ, ਠੀਕ ਹੈ। ਪਕਾਉਣਾ ਵੀ ਸਿੱਖ ਲਿੱਤਾ ਸੀਗਾ, ਬਰਤਨ ਬਣਾਉਣੇ ਵੀ ਸਿੱਖ ਲਿੱਤੇ ਸੀਗੇ, ਮਨੁੱਖ ਨੇ ਗੁਫਾਵਾਂ ਬਣਾਉਣੀਆਂ ਵੀ ਸਿੱਖ ਲਈਆਂ ਸੀ, ਉਹਦੇ ਵਿੱਚ ਰਹਿਣਾ ਵੀ ਸਿੱਖ ਲਿੱਤਾ ਸੀਗਾ, ਅਤੇ ਪੱਥਰਾਂ ਦੇ ਉਹਨੇ ਵਿਸ਼ਰਾਮ ਘਰ ਵੀ ਬਣਾਉਣਾ ਸ਼ੁਰੂ ਕਰ ਦਿੱਤਾ ਸੀਗਾ। ਔਰ ਪੱਥਰਾਂ ਦੇ ਜਿਹੜੀਆਂ ਕੇਵਜ਼ ਹੁੰਦੀਆਂ ਸੀ ਉਹਦੇ ਵਿੱਚ ਉਹਨਾਂ ਨੇ ਕੀ ਹੈਗਾ ਚਿੱਤਰਕਲਾ ਬਣਾਉਣੀ ਸ਼ੁਰੂ ਕਰ ਦਿੱਤੀ ਸੀਗੀ, ਜਿਸ ਨੂੰ ਅਸੀਂ ਮੈਨ ਐਜ ਏ ਆਰਟਿਸਟ ਦੇ ਰੂਪ ਦੇ ਵਿੱਚ ਕਹਿ ਸਕਦੇ ਹੈਗੇ। ਸੋ ਇਹ ਆਰਟ ਹੁੰਦਾ ਸੀਗਾ ਉਹ ਕੇਵਜ਼ ਦੇ ਵਿੱਚ ਯਾਨੀ ਕਿ ਜਿਹੜੀਆਂ ਗੁਫਾਵਾਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਉਹ ਚਿੱਤਰਕਾਰੀ ਕਰਕੇ ਉਸ ਨੂੰ ਘਰ ਨੂੰ ਸਜਾਉਣ ਦੇ ਰੂਪ ਦੇ ਵਿੱਚ ਕੰਮ ਲੈਂਦੇ ਸੀਗੇ। ਉਹਨਾਂ ਨੇ ਕਿਹਾ ਨੁਕੀਲੇ ਪੱਥਰਾਂ ਅਤੇ ਰੰਗਾਂ ਦੀ ਸਹਾਇਤਾ ਦੇ ਨਾਲ ਮਨੁੱਖ ਹੋ ਗਿਆ, ਜਾਨਵਰ ਹੋ ਗਿਆ, ਸ਼ਿਕਾਰ ਦੇ ਦ੍ਰਿਸ਼ ਪੇਸ਼ ਕੀਤੇ ਸੀਗੇ। ਜ਼ਿਆਦਾਤਰ ਇਹ ਸਿਰਫ ਰੇਖਾ ਚਿੱਤਰ ਹੀ ਹੁੰਦੇ ਸੀਗੇ, ਪਰੰਤੂ ਕਦੇ ਕਦੇ ਇਹਨਾਂ ਦੇ ਵਿੱਚ ਰੰਗ ਵੀ ਭਰੇ ਹੋਏ ਮਿਲਦੇ ਹਨ। ਬਹੁਤ ਸਾਰੇ ਚਿੱਤਰ ਇਸ ਤਰ੍ਹਾਂ ਦੇ ਹੈਗੇ ਨੇ। ਇਹ ਪੱਥਰ ਚਿੱਤ ਭਾਰਤ ਦੇ ਬਹੁਤ ਸਾਰੇ ਏਰੀਏ ਨੇ ਉਹਨਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਨੇ। ਸੰਸਾਰ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਸਥਾਨ ਨੇ ਜਿੱਥੇ ਇਸ ਤਰ੍ਹਾਂ ਦੀਆਂ ਅਰਲੀ ਹਿਊਮਨ ਦੀਆਂ ਬਹੁਤ ਸਾਰੀਆਂ ਗਤੀਵਿਧੀਆਂ ਸਾਨੂੰ ਦੇਖਣ ਨੂੰ ਮਿਲਣੇ। ਔਰ ਇੰਡੀਆ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਸਭ ਤੋਂ ਫੇਮਸ ਹੈਗਾ ਭੀਮਬੈਠਕਾ ਹੈਗੀ ਕਿ ਭੋਪਾਲ ਦੇ ਵਿੱਚ ਹੈਗੀ, ਮੱਧ ਪ੍ਰਦੇਸ਼ ਦੇ ਵਿੱਚ। ਉਸ ਸਥਾਨ ਦੇ ਉੱਪਰ ਇਸ ਤਰ੍ਹਾਂ ਦੀ ਡਰਾਇੰਗ ਕੀਤੀ ਹੋਈ ਹੈਗੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਇਸ ਸਾਈਡ ਦੇ ਵਿੱਚ ਮਨੁੱਖ ਸ਼ਿਕਾਰ ਕਰ ਰਿਹਾ, ਔਰ ਸੈਂਟਰ ਦੇ ਵਿੱਚ ਇੱਕ ਐਨੀਮਲ ਖੜਾ ਹੈ, ਔਰ ਇਸ ਸਥਾਨ ਦੇ ਵਿੱਚ ਲੋਕ ਆਪਸ ਦੇ ਵਿੱਚ ਲੜ ਰਹੇ ਨੇ ਜਾਂ ਹਥਿਆਰਾਂ ਦਾ ਨਿਰਮਾਣ ਕਰ ਰਹੇ ਨੇ। ਉਸ ਬਾਰੇ ਇਸ ਦੇ ਵਿੱਚ ਇਹ ਭੀਮਬੈਠਕਾ ਦਾ ਸਥਾਨ ਹੈਗਾ ਮੱਧ ਪ੍ਰਦੇਸ਼ ਦੇ ਵਿੱਚ, ਭੋਪਾਲ ਦੇ ਵਿੱਚ ਆ ਜਾਂਦਾ ਹੈ। ਉੱਥੇ ਇਹ ਡਾਇਗਰਾਮ ਸਾਨੂੰ ਮਿਲੀ ਹੈਗੀ ਸਾਡੇ ਇਤਿਹਾਸਕਾਰਾਂ ਨੂੰ, ਮੈਨੂੰ ਨਹੀਂ ਇਤਿਹਾਸਕਾਰਾਂ ਨੂੰ, ਠੀਕ ਹੈ। Beside this painting, the man also learned to make beds of various semi-precious stone, terracotta, ivory, etc., and used them as jewelry. You can call it beginning of fashion that was also due to artist instincts of the man. By this time, the civilization life had come into the exercise. ਸੋ ਇਹਨਾਂ ਚਿੱਤਰਾਂ ਦੇ ਇਲਾਵਾ ਮਨੁੱਖ ਨੇ ਬਹੁਤ ਸਾਰੇ ਕੀਮਤੀ ਪੱਥਰ ਸੀ ਜਾਂ ਪੱਕੀ ਮਿੱਟੀ ਸੀਗੀ ਜਾਂ ਹਾਥੀ ਦੇ ਦੰਦ ਹੁੰਦੇ ਸੀਗੇ ਉਹਨਾਂ ਦੇ ਮਣਕੇ ਬਣਾਉਣੇ ਸਿੱਖ ਲਿੱਤੇ ਸੀਗੇ।
ਕੀਮਤੀ ਪੱਥਰਾਂ ਦੀ, ਪੱਕੀ ਮਿੱਟੀ ਦੇ ਅਤੇ ਹਾਥੀ ਦੰਦਾਂ ਦੇ ਮਣਕੇ ਬਣਾਉਣੇ ਸਿੱਖ ਲੈਂਦੇ ਸੀਗੇ, ਜਿਨ੍ਹਾਂ ਦੀ ਉਹਨਾਂ ਨੇ ਗਹਿਣਿਆਂ ਦੇ ਰੂਪ ਵਿੱਚ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਔਰ ਉਸ ਨੂੰ ਅਸੀਂ ਉਸ ਸਮੇਂ ਦੇ ਵਿੱਚ ਅਸੀਂ ਫੈਸ਼ਨ ਜਾਂ ਸ਼ਿੰਗਾਰ ਦੀ ਜਿਹੜੀ ਸ਼ੁਰੂਆਤ ਕਹਿ ਸਕਦੇ ਹਾਂ ਕਿ ਉਸ ਸਮੇਂ ਦੇ ਵਿੱਚ ਹੋਈ ਸੀ, ਜਿਹੜਾ ਮਨੁੱਖ ਦੀ ਕਲਾਤਮਕ ਭਾਵਨਾ ਦਾ ਸਬੂਤ ਸੀਗਾ ਔਰ ਸਮੇਂ ਤੱਕ ਸੱਭਿਆ ਜੀਵਨ ਹੋਂਦ ਵਿੱਚ ਪੂਰਨ ਤੌਰ 'ਤੇ ਆ ਚੁੱਕਿਆ ਸੀ। ਇੱਕ ਮਨੁੱਖ ਬਿਲਕੁਲ ਡਿਵੈਲਪ ਜਿਹੜਾ ਹੋ ਚੁੱਕਿਆ ਸੀਗਾ। ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਚੈਪਟਰ ਨੰਬਰ 9 ਸੀਗਾ ਕਿ ਅਰਲੀ ਮਨੁੱਖ ਦਾ ਕਿਸ ਤਰੀਕੇ ਦੇ ਨਾਲ ਜਨਮ ਹੋਇਆ, ਕਿਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਡਿਵੈਲਪ ਕੀਤਾ, ਉਸ ਬਾਰੇ ਡਿਸਕਸ ਕੀਤੀ ਹੈ। ਸੋ ਆਸ ਕਰਦਾ ਸਭ ਲਈ ਹੈਲਪਫੁਲ ਹੋਵੇਗੀ, ਸਭ ਲਈ ਇੰਟਰਸਟਿੰਗ ਹੋਵੇਗੀ। ਅਗਰ ਕਿਸੇ ਪ੍ਰਕਾਰ ਦਾ ਕੋਈ ਡਾਊਟ ਹੈ ਜਾਂ ਕਿਸੇ ਪ੍ਰਕਾਰ ਦੀ ਸੁਜੈਸ਼ਨ ਹੈ ਤਾਂ ਪਲੀਜ਼ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਜਾਵੇ। ਔਰ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਨਾਲ ਹੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ ਵੈਰੀ ਮੱਚ।